ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਮੇਜ਼ਬਾਨ ਇੰਦਰ ਸਿੰਘ। ਇੱਕ ਹੁਣੇ ਖਬਰ ਆਈ ਹੈ ਕਿ ਭਾਰਤ ਸਰਕਾਰ ਅਗਲੇ ਹਫ਼ਤੇ ਲੋਕ ਸਭਾ 'ਚ ਚੋਣ ਸੁਧਾਰ ਬਿੱਲ ਪੇਸ਼ ਕਰ ਰਹੀ ਹੈ ਅਤੇ ਇਹਦੇ ਨਾਲ ਸੰਬੰਧਿਤ ਹੋਰ ਕਈ ਮਸਲਿਆਂ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਉੱਘੇ ਪੱਤਰਕਾਰ ਸਰਦਾਰ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਸਵਾਗਤ ਹੈ। ਜੀ ਸ਼ੁਕਰੀਆ। ਜਿਵੇਂ ਕਿ ਮੈਂ ਕਿਹਾ ਵੀ ਸਰਕਾਰ ਹੁਣ ਚੋਣ ਸੁਧਾਰ ਬਿੱਲ ਜਿਹਦੀ ਆਪਾਂ ਤੁਸੀਂ ਵੀ ਕਈ ਵਾਰ ਚਰਚਾ ਖੁੱਲ੍ਹ ਕੇ ਕਰਦੇ ਹੋ, ਇੱਥੇ ਬੜੀ ਵਾਰ ਹੋਈ ਹੈ। ਹੁਣ ਉਹ ਮੌਕਾ ਆਇਆ ਵੀ ਸਰਕਾਰ ਕਿਹੋ ਜਿਹਾ ਬਿੱਲ ਪੇਸ਼ ਕਰ ਸਕਦੀ ਹੈ ਅਤੇ ਕਿਹੋ ਜਿਹਾ ਹੋਣਾ ਚਾਹੀਦਾ, ਇਹਦੇ ਬਾਰੇ ਥੋੜ੍ਹਾ ਚਾਨਣ ਪਾਓ। ਅਸਲ 'ਚ ਸਰਕਾਰ ਜਿਹੜੀ ਸੋਧ ਬਿੱਲ ਲਿਆ ਰਹੀ ਹੈ ਉਹ 2-3 ਪੁਆਇੰਟਾਂ ਦੇ ਇਰਦ ਗਿਰਦ ਲਿਆ ਰਹੀ ਹੈ। ਇੱਕ ਕੰਟਰੋਵਰਸੀਅਲ ਪੁਆਇੰਟ ਵੀ ਹੈ ਅਤੇ ਦੋ ਦੂਸਰੇ ਪੁਆਇੰਟ ਵੀ ਨੇ। ਮੰਨ ਲਓ ਇੱਕ ਪੁਆਇੰਟ ਤਾਂ ਇਹ ਹੈ, ਇਹ ਤਾਂ ਠੀਕ ਪੁਆਇੰਟ ਹੈ ਕਿ ਜੇ ਫੌਜ ਦੇ ਵਿੱਚ ਕੋਈ ਫੌਜੀ ਹੈ, ਉਹਦੀ ਪਤਨੀ ਵੀ ਸਰਵਿਸ ਵੋਟਰ ਦੇ ਤੌਰ 'ਤੇ ਮਤਲਬ ਵੋਟ ਡਾਕ ਰਾਹੀਂ ਕਰ ਸਕਦੀ ਹੈ। ਪਰ ਉੱਥੇ ਜੈਂਡਰ ਦਾ ਮਾਮਲਾ ਹੈ। ਜੇ ਕੋਈ ਔਰਤ ਫੌਜ ਦੇ ਵਿੱਚ ਕੰਮ ਕਰਦੀ ਹੈ, ਉਹਦੇ ਪਤੀ ਨੂੰ ਇਹ ਰਾਈਟ ਨਹੀਂ ਹੈ ਨਾ। ਉਹ ਜੈਂਡਰ ਨਿਊਟਰਲ ਜਿਵੇਂ ਆਪਾਂ ਕਹਿੰਦੇ ਹਾਂ, ਉਹ ਇੱਕ ਸੋਧ ਆ ਰਹੀ ਹੈ ਵੀ ਠੀਕ ਹੈ, ਇਹ ਵਾਈਸ ਵਰਸਾ ਹੋਣੀ ਚਾਹੀਦੀ ਹੈ। ਜੇ ਦੋਨਾਂ 'ਚੋਂ ਕੋਈ ਵੀ ਇੱਕ ਹੈ ਤਾਂ ਦੂਜੇ ਨੂੰ ਵੀ ਉਹ ਹੱਕ ਜਿਹੜਾ ਉਸ ਲੈਵਲ 'ਤੇ ਮਿਲਣਾ ਚਾਹੀਦਾ। ਅਤੇ ਪਰ ਇਹਦੇ ਨਾਲ ਦੀ ਨਾਲ ਜਿਹੜਾ ਇੱਕ ਹੋਰ ਰਿਫਾਰਮ ਕਰ ਰਹੇ ਨੇ ਉਹ ਹੈ ਵੀ ਇਲੈਕਟੋਰਲ ਜਿਹੜੇ ਸਾਡੇ ਕਾਰਡ ਨੇ ਉਹ ਆਧਾਰ ਕਾਰਡ ਨਾਲ ਅਟੈਚ ਕਰਨੇ ਨੇ। ਹੁਣ ਉਹਦੇ 'ਚ ਨਾਲ ਇਹ ਗੱਲ ਕੀਤੀ ਜਾਂਦੀ ਹੈ ਕਿ ਵੋਲੰਟਰਲੀ ਹੈ, ਸ਼ਬਦ ਲਿਖਿਆ ਹੋਇਆ ਸਵੈਇੱਛਕ, ਕਿਉਂਕਿ ਕੰਪਲਸਰੀ ਕਰ ਨਹੀਂ ਸਕਦੇ। ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆਈ ਹੈ ਪਹਿਲਾਂ ਕਿ ਰਾਈਟ ਟੂ ਪ੍ਰਾਈਵੇਸੀ ਜਿਹੜਾ ਨਿੱਜਤਾ ਦਾ ਅਧਿਕਾਰ ਹੈ, ਇਹ ਫੰਡਾਮੈਂਟਲ ਅਧਿਕਾਰ ਹੈ, ਬੁਨਿਆਦੀ ਅਧਿਕਾਰ ਹੈ। ਤੁਸੀਂ ਜ਼ਬਰਦਸਤੀ ਹਰ ਚੀਜ਼ ਨੂੰ ਇਹਦੇ ਨਾਲ ਨਹੀਂ ਜੋੜ ਸਕਦੇ, ਕਿਸੇ ਵੀ ਬੰਦੇ ਦੇ ਮਤਲਬ ਆਧਾਰ ਕਾਰਡ ਦੇ ਨਾਲ। ਕੰਪਲਸਰੀ ਨਹੀਂ ਹੋ ਰਹੀ, ਤੁਸੀਂ ਵਲੰਟਰਲੀ ਕਹਿੰਦੇ ਹੋ ਜੋੜਿਆ ਜਾ ਸਕਦਾ, ਤਾਂ ਮਜਬੂਰ ਕਰ ਦੋਗੇ ਕਿਸੇ ਨਾ ਕਿਸੇ ਵੱਖ-ਵੱਖ ਤਰੀਕਿਆਂ ਨਾਲ ਉਹਨਾਂ ਨੂੰ ਜੋੜਨ ਦੇ ਵਾਸਤੇ। ਜਿਵੇਂ ਕਿੰਨੀਆਂ ਚੀਜ਼ਾਂ 'ਚ ਕਰ ਲਿਆ, ਤੁਸੀਂ ਕਹਿੰਦੇ ਹੋ ਤੁਹਾਨੂੰ ਆਹ ਨਹੀਂ ਦੇਣਾ, ਰੇਲਵੇ 'ਚ ਰਿਜ਼ਰਵੇਸ਼ਨ ਨਹੀਂ ਦੇਣੀ, ਆਧਾਰ ਤੋਂ ਬਿਨਾਂ ਕੰਮ ਨਹੀਂ ਦੇਣਾ, ਆਹ ਨਹੀਂ ਦੇਣਾ। ਜੇ ਤੁਸੀਂ 4 ਚੀਜ਼ਾਂ ਇਹੋ ਜਿਹੀਆਂ ਜੋੜ ਦੋਗੇ ਵਿੱਚ, ਤਾਂ ਆਟੋਮੈਟਿਕਲੀ ਤੁਸੀਂ ਕੰਪਲਸਰੀ ਕਰਤਾ। ਜਿਵੇਂ ਹੁਣ ਮਿਸਾਲ ਹੈ, ਇਹ ਕਿੰਨੀ ਥਾਵਾਂ 'ਤੇ ਨਾ ਨੌਕਰੀਆਂ ਵਗੈਰਾ ਜਾਂ ਬਾਕੀ ਚੀਜ਼ਾਂ ਨੇ, ਉੱਥੇ ਉਹ ਕਹਿ ਰਹੇ ਵੀ ਜਿਹਦੇ 2 ਡੋਜ਼ ਨਹੀਂ ਲੱਗੀ ਤਾਂ ਤੁਹਾਨੂੰ ਅਸੀਂ ਨਹੀਂ ਦਿੰਦੇ। ਜਿਹਨੇ ਨਹੀਂ ਲਵਾਈ ਜਾਂ ਜਿਹਦੇ ਨਹੀਂ ਕੁਛ ਹੋਇਆ, ਚਾਹੇ ਤੁਸੀਂ ਇਹਨੂੰ ਕਹਿੰਦੇ ਹੋ ਸਵੈਇੱਛਕ ਹੈ, ਸਵੈਇੱਛਕ ਤਾਂ ਰਹੀ ਨਹੀਂ ਨਾ। ਫਿਰ ਬੰਦੇ ਦੀ ਤਾਂ ਰੋਜੀ ਰੋਟੀ ਖੜਾਤੀ ਤੁਸੀਂ। ਕਿਤੇ ਸਰਕਾਰ ਦੀ ਸਵੈਇੱਛਾ ਤਾਂ ਨਹੀਂ ਚੱਲ ਰਹੀ। ਇਹੀ ਉਹਦੇ ਪਿੱਛੇ ਗੱਲ ਇਹੀ ਹੈ ਕਿ ਜਦੋਂ ਤੁਸੀਂ ਫਿਰ ਉਹ ਮੈਨੇਜ ਕਰਨ ਦੀ ਗੱਲ ਕਰੋਗੇ, ਚੀਜ਼ਾਂ ਸਾਰੇ ਆਧਾਰ ਨਾਲ ਸਭ ਖਾਤੇ ਸਭ ਟਾਈਪ ਦੀਆਂ ਗੱਲਾਂ ਬੰਦੇ ਕੋਲ ਆ ਜਾਣਗੀਆਂ, ਤਾਂ ਕੀ ਉਹ ਜਿਹੜਾ ਇਨਫੋਰਮੇਸ਼ਨ ਹੈ, ਉਹ ਜਿਹੜੀਆਂ ਚੀਜ਼ਾਂ ਨੇ ਬੰਦੇ ਉਹ ਸੂਚਨਾਵਾਂ ਨੇ, ਉਹ ਬੰਦਿਆਂ ਦੇ ਉੱਥੇ ਤੱਕ ਤਾਂ ਨਹੀਂ ਚਲੀਆਂ ਜਾਣਗੀਆਂ ਜਿੱਥੇ ਉਹਨੂੰ ਲੱਗਦਾ ਮੇਰੀ ਪ੍ਰਾਈਵੇਸੀ ਦਾ ਪ੍ਰੋਬਲਮ ਹੈ, ਮੈਨੂੰ ਹਾਰਮ ਹੈ, ਜਾਂ ਮੇਰੇ 'ਤੇ ਕੋਈ ਕੱਲ੍ਹ ਨੂੰ ਹੋਰ ਨਵੇਂ ਤੋਂ ਨਵੇਂ ਮੈਂ ਮਾਮਲਿਆਂ 'ਚ ਉਲਝਾਇਆ ਜਾ ਸਕਦਾ ਜਾਂ ਕਿਤੇ ਕੀ ਹੈ। ਇਹ ਡਿਬੇਟ ਦਾ ਇਸ਼ੂ ਹੈ। ਇੱਥੇ ਡਿਬੇਟ ਮੇਰੇ ਖਿਆਲ ਹੈ ਪਾਰਲੀਮੈਂਟ 'ਚ ਵੱਡੇ ਪੱਧਰ 'ਤੇ ਹੋਣੀ ਚਾਹੀਦੀ ਹੈ। ਜਿਹੜੀ ਚੀਜ਼ ਸਵੈ ਇੱਛਾ ਨਾਲ ਤੁਸੀਂ ਕਿਵੇਂ ਕਰੋਗੇ ਉਹਨੂੰ ਮਤਲਬ ਜਾਰੀ, ਜਾਂ ਤਾਂ ਤੁਸੀਂ ਕੰਪਲਸਰੀ ਕਰ ਦੋਗੇ। ਦੂਜੀ ਗੱਲ ਹੈ ਜਿਹੜੀ ਡਬਲ ਵੋਟਿੰਗ ਦਾ, ਜੇ ਉਹ ਕਾਰਡ ਹੀ ਇਲੈਕਟ੍ਰੋਨਿਕ ਹੋ ਗਏ ਨੇ ਤੁਹਾਡੇ, ਤਾਂ ਉਹ ਇਲੈਕਟ੍ਰੋਨਿਕ ਕਾਰਡ ਕਿਉਂ ਆਪਸ ਦੇ ਵਿੱਚ ਡਬਲ ਕਾਰਡ ਨੂੰ ਚੈੱਕ ਨਹੀਂ ਕਰ ਸਕਦੇ ਜੀ? ਜੇ ਸਾਰੇ ਕਿਤੇ ਇੱਕੋ ਹੀ ਨੰਬਰ ਹੈ ਤੁਹਾਡਾ, ਸਾਰੇ ਕਿਤੇ ਆ ਜਾਊਗਾ ਉਹ। ਹੁਣ ਇਲੈਕਟ੍ਰੋਨਿਕ ਵੋਟਿੰਗ ਕਾਰਡ ਨੇ ਨਾ, ਉਹਦੇ ਲਈ ਆਧਾਰ ਕਿਉਂ ਜ਼ਰੂਰੀ ਹੈ? ਅਤੇ ਇਹ ਵੀ ਇੱਕ ਸਵਾਲ ਉਸ ਮਾਮਲੇ ਦੇ ਵਿੱਚ ਹੈ। ਇਸ ਕਰਕੇ ਪਰ ਨਾਲ ਦੀ ਨਾਲ ਇਹ ਹੈ ਕਿ ਜਿਹੜੇ ਸੁਧਾਰ ਲੋਕ ਮੰਗਦੇ ਨੇ, ਜਾਂ ਜਿਹੜੇ ਸੁਧਾਰ ਕੱਲ੍ਹ ਆਪਣੇ ਆ ਕੇ ਗਏ ਨੇ ਚੀਫ ਇਲੈਕਸ਼ਨ ਕਮਿਸ਼ਨਰ ਅਤੇ ਹੋਰ ਵੀ ਜਿਹੜੇ, ਉਹ ਕਹਿੰਦਾ ਵੀ ਡਰੱਗ ਨੂੰ ਕਿਵੇਂ ਇਹਦੇ 'ਚੋਂ ਮਤਲਬ ਰੋਕਿਆ ਜਾਏ, ਕਿਵੇਂ ਇਹਦੇ 'ਚ ਵੋਟਾਂ ਦੀ ਖਰੀਦ, ਕਿਵੇਂ ਪੈਸੇ ਦਾ ਕੰਟਰੋਲ, ਕਿਵੇਂ ਇਹ ਚੀਜ਼ਾਂ ਰੋਕੀਆਂ ਜਾਣ। ਇਹ ਬਹੁਤ ਵੱਡਾ ਚੈਲੰਜ ਹੈ, ਬਹੁਤ ਵੱਡੀ ਚੁਣੌਤੀ ਹੈ। ਇਹਦੇ ਰਿਫਾਰਮ ਨਹੀਂ ਕਰਦੇ। ਵੋਟਰ ਕਮਿਸ਼ਨ ਨੇ 2001 ਤੋਂ ਲੈ ਕੇ ਲਗਾਤਾਰ ਕਮਿਸ਼ਨ ਜਿਹੜਾ ਸਰਕਾਰ ਨੂੰ ਲਿਖ ਭੇਜ ਰਿਹਾ ਕਿ ਆਹ ਸੁਧਾਰ ਹੋਣੇ ਚਾਹੀਦੇ ਨੇ। ਉਹਨਾਂ ਸੁਧਾਰਾਂ ਦੇ ਵਿੱਚੋਂ ਕਈ ਇਹੋ ਜਿਹੇ ਨੇ ਜਿਹਦੇ 'ਚ ਬਹੁਤ ਜ਼ਿਆਦਾ ਜਿਹੜੇ ਪਾਰਟੀਆਂ ਨੇ ਅਤੇ ਉਹਨਾਂ ਦੀ ਜਵਾਬਦੇਹੀ ਹੈ। ਮਤਲਬ ਕਮਿਸ਼ਨ ਨੂੰ ਇਹ ਹਟਕਾਉਣਾ ਚਾਹੀਦਾ, ਪਾਰਟੀ ਦੀ ਰਜਿਸਟ੍ਰੇਸ਼ਨ ਰੱਦ ਕਰ ਸਕੇ ਫਿਰ ਜੇਕਰ ਕੋਈ ਉਹ ਵਾਇਲੇਟ ਕਰਦੇ ਨੇ। ਕੈਂਡੀਡੇਟ ਦੀ ਕੈਂਡੀਡੇਚਰ ਰੱਦ ਕਰ ਸਕੇ ਜੇਕਰ ਉਹ ਚਾਹੁੰਦੇ ਨੇ। ਕਈ ਮਾਮਲਿਆਂ 'ਚ ਹੋਰ ਅਧਿਕਾਰਾਂ ਦਾ ਸਵਾਲ ਹੈ। ਉਹ ਇਹ ਵੀ ਚਾਹੁੰਦੇ ਨੇ ਵੀ ਜੇਕਰ ਇਹਦੇ 'ਚ ਹੈ, ਇੱਕ ਗੱਲ ਇਹ ਚੱਲੀ ਸੀ, ਅੰਬਿਕਾ ਸੋਨੀ ਦੀ ਅਗਵਾਈ 'ਚ ਕਮੇਟੀ ਵੀ ਬਣੀ ਸੀ ਪਹਿਲਾਂ, ਕਿ ਸਟੇਟ ਫੰਡਿੰਗ ਆਫ ਇਲੈਕਸ਼ਨ, ਪ੍ਰਾਈਵੇਟ ਖਰਚਾ ਹੀ ਬੰਦ ਕਰ ਦਿਓ, ਅਤੇ ਤੁਸੀਂ ਆਪੀਏ ਜਿਹੜੇ ਚੀਜ਼ਾਂ ਨੇ, ਜਿਹੜਾ ਫਿਰ ਕਰੂ ਦਿਖਾਈ ਦੇਊਗਾ ਇਕੱਲਾ। ਜਾਂ ਤੁਸੀਂ ਕਹਿ ਦਿੰਦੇ ਹੋ ਇੰਨਾ ਖਰਚ ਕਰ ਲਾ, ਇੰਨਾ ਨਾ ਕਰ ਲਾ, ਉਹ ਤਾਂ ਜਾਲੀ ਬਿੱਲ ਜਾਲੀ ਚੀਜ਼ਾਂ ਸਾਡੇ ਸਾਹਮਣੇ ਨੇ। ਮਤਲਬ ਜਿਹੜੇ ਪ੍ਰੋ ਪੀਪਲ ਜਾਂ ਲੀਗਲ ਡਾਕੂਮੈਂਟ ਹੋਵੇ, ਇਹ ਲੋਕਾਂ ਦਾ ਬਹੁਤ ਬੜਾ ਸਰੋਕਾਰ ਹੈ। ਤੁਸੀਂ ਇਹ 'ਤੇ ਸੁਧਾਰ ਇਸੇ ਐਕਟ 'ਚ ਲਾਏ ਹੁੰਦੇ ਕਿ ਅੱਗੇ ਤੋਂ ਜਿਹੜੇ ਚੋਣ ਮਨੋਰਥ ਪੱਤਰ ਨੇ ਇਹ ਕਾਨੂੰਨੀ ਦਸਤਾਵੇਜ਼ ਹੋਣਗੇ। ਇਹ ਡਿਬੇਟ ਹੋਣੀ ਚਾਹੀਦੀ ਹੈ ਇਸੇ ਪਾਰਲੀਮੈਂਟ 'ਚ, ਬਲਕਿ ਰਾਈਟ ਟੂ ਰੀਕਾਲ ਕਿਉਂ ਨਾ ਹੋਵੇ ਲੋਕਾਂ ਨੂੰ ਆਪਣੇ ਨੁਮਾਇੰਦਿਆਂ ਨੂੰ ਵਾਪਸ ਬਣਾਉਣ ਦਾ। ਇਸ ਬਹਾਨੇ ਜਿਹੜਾ ਸਰਕਾਰ ਪੇਸ਼ ਕਰ ਰਹੀ ਹੈ ਹੁਣ ਸਦਨ 'ਚ, ਮੈਨੂੰ ਲੱਗਦਾ ਕਿ ਬਾਕੀ ਪਾਰਟੀਆਂ ਦੇ ਬੰਦੇ, ਵਿਰੋਧੀ ਧਿਰ ਦੇ ਵੀ ਜੇ ਸੁਹਿਰਦ ਨੇ, ਤਾਂ ਸਮੁੱਚਤਾ 'ਚ ਚੋਣ ਸੁਧਾਰਾਂ ਨੂੰ ਡਿਸਕਸ ਕਰ ਸਕਦੇ ਨੇ।
ਜਿਹੜੀਆਂ ਉੱਥੇ ਆਪਣੀਆਂ ਸੋਧਾਂ ਵੀ ਪੇਸ਼ ਕਰ ਸਕਦੇ ਨੇ। ਔਰ ਇਹ ਇੱਕ ਚੰਗਾ ਮੌਕਾ ਹੈ, ਚੋਣ ਸੁਧਾਰ ਦੀ ਗੱਲ ਤਾਂ ਸਿੜੀ ਹੈ ਜਿਹੋ ਜਿਹੀ ਵੀ ਹੈ, ਪਰ ਉੱਥੇ ਇਹਦੀ ਡਿਬੇਟ ਇਕੱਲਾ ਉੱਥੇ ਨਹੀਂ ਹੋਣੀ ਚਾਹੀਦੀ, ਪਬਲਿਕ ਡੋਮੇਨ 'ਚ ਵੀ ਹੋਣੀ ਚਾਹੀਦੀ ਹੈ, ਲੋਕਾਂ ਕੋਲ ਵੀ ਪਹਿਲਾਂ ਹੋਣੀ ਚਾਹੀਦੀ ਸੀ, ਅਸਲ 'ਚ ਦੇਣੀ ਚਾਹੀਦੀ ਸੀ, ਅਤੇ ਫਿਰ ਜਾ ਕੇ ਪਾਰਲੀਮੈਂਟ ਦੇ ਵਿੱਚ ਵੀ ਜ਼ਰੂਰੀ ਹੈ। ਅਮਿਤ ਜੀ, ਤੁਸੀਂ ਬੜਾ ਅੱਛੀ ਗੱਲ ਕੀਤੀ ਬਈ ਇਹਦੇ 'ਤੇ ਡਿਬੇਟ ਹੋਣੀ ਚਾਹੀਦੀ ਹੈ। ਹੁਣ ਆਪਾਂ ਦੇਖ ਰਹੇ ਹਾਂ ਚੱਲਦਾ ਸੈਸ਼ਨ ਹੈ, ਇੱਕ ਪਿਛਲਾ ਮੌਨਸੂਨ ਸੈਸ਼ਨ ਸੀ, ਉਹ 'ਚ ਕੋਈ ਡਿਬੇਟ ਨਹੀਂ ਹੋਈ। ਸਰਕਾਰ ਨੇ ਧੜਾ ਧੜ ਰੋਗਾਂ ਦੇ ਰੁੱਗ ਚੱਕ ਕੇ ਬਿੱਲ ਪਾਸ ਕਰਤੇ। ਕਿ ਤੁਹਾਨੂੰ ਲੱਗਦਾ ਕਿ ਡਿਬੇਟ ਵਿਰੋਧੀ ਧਿਰ ਵੀ ਕਰਨ ਲਈ ਤਿਆਰ ਹੈ, ਕਿ ਐਵੇਂ ਆਪਣੇ ਕੁਛ ਇੱਕ ਨਿੱਜੀ ਮਸਲੇ ਜਾਂ ਕੁਛ ਇੱਕ ਐਵੇਂ ਦੇ ਮਸਲੇ ਜਿਨ੍ਹਾਂ 'ਤੇ ਕੋਈ ਬਹੁਤਾ ਸਰੋਕਾਰ ਨਹੀਂ, ਜਿਵੇਂ ਚੋਣ ਸੁਧਾਰ 'ਤੇ ਤੁਸੀਂ ਕਹਿੰਦੇ ਆਮ ਲੋਕਾਂ 'ਤੇ ਵੀ ਅਸਰ ਪਊਗਾ, ਕਿ ਉਹਨੂੰ ਬਹਿਸ ਕਰਨੀ ਚਾਹੀਦੀ ਹੈ? ਨਹੀਂ, ਬਿਲਕੁਲ। ਸਾਡੇ ਹੁਣ ਲਗਾਤਾਰ ਹੀ ਅਸਲ ਦੇ ਵਿੱਚ ਜਿਹੜੀਆਂ ਚਾਹੇ ਪਾਰਲੀਮੈਂਟ ਹੈ ਚਾਹੇ ਵਿਧਾਨ ਸਭਾਵਾਂ ਨੇ, ਪਹਿਲਾਂ ਤਾਂ ਉਹਨਾਂ ਦਾ ਸਮਾਂ ਹੀ ਘਟਦਾ ਜਾ ਰਿਹਾ। ਜਿਵੇਂ ਉਹ ਸਮਾਂ ਕਿੰਨੇ ਦਿਨ ਘੱਟੋ ਘੱਟ ਬੈਠਣਾ ਜ਼ਰੂਰੀ ਹੈ ਸਦਨ ਦਾ, ਉਹ ਘਟਦਾ ਹੀ ਜਾ ਰਿਹਾ ਲਗਾਤਾਰ। ਜੇ ਪਹਿਲਾਂ 150 ਦਿਨ ਪਾਰਲੀਮੈਂਟ ਚੱਲਦੀ ਸੀ ਤਾਂ ਹੁਣ 50 ਦਿਨ 'ਤੇ ਆ ਜੂਗੀ, 60 ਦਿਨ 'ਤੇ ਆ ਗਈ, 70 ਦਿਨ 'ਤੇ ਆ ਗਈ। ਫਿਰ ਕਿੰਨੇ ਦਿਨ ਉਹਦੇ 'ਚ ਕੋਈ ਚਰਚਾ ਹੋਣੀ ਹੈ, ਕਿੰਨੇ ਦਿਨ ਨਹੀਂ ਹੋਣੀ, ਉਹਦਾ ਵੀ ਸਵਾਲ ਹੈ ਆਪਣੇ ਆਪ 'ਚ। ਹੁਣ ਪਹਿਲਾਂ ਤਾਂ ਜਿਹੜਾ ਇਦੋਂ ਪਿਛਲੇ ਸੈਸ਼ਨ 'ਚ ਤਾਂ 3 ਵੱਡੇ ਮੁੱਦੇ ਸੀ, ਗੌਰਮੈਂਟ ਤਿਆਰ ਨਹੀਂ ਸੀ ਚਰਚਾ ਕਰਾਉਣ ਲਈ। ਇੱਕ ਪੈਗਾਸਸ ਵਾਲਾ ਮੁੱਦਾ ਸੀ, ਜਾਸੂਸੀ ਵਾਲਾ, ਦੂਜਾ ਮਹਿੰਗਾਈ ਵਾਲਾ, ਤੀਜਾ ਕਿਸਾਨੀ ਵਾਲਾ। ਉਹ ਤਿੰਨਾਂ 'ਤੇ ਹੀ ਤਿਆਰ ਨਹੀਂ ਸੀ ਬਹਿਸ ਕਰਾਉਣ ਲਈ। ਫਿਰ ਉਹ ਰੌਲਾ ਚੱਲਦਾ ਰਿਹਾ ਪੂਰਾ ਸੈਸ਼ਨ, ਬਿਨਾਂ ਰੌਲੇ ਰੱਪੇ 'ਚ ਉਹਨਾਂ ਨੇ ਬਿੱਲ ਆਪਣੇ ਧੱਕ 'ਤੇ ਪਾਸ ਕਰਤੇ। ਉਹਨਾਂ ਦਾ ਰੌਲਾ ਪੈਂਦਾ ਰਿਹਾ, ਉਹਨੇ ਕਹਿੰਦਾ ਹਾਂਜੀ ਜਿਹੜਾ ਸਹਿਮਤ ਹੈ ਹੱਥ ਖੜੇ ਕਰੋ, ਹਾਂਜੀ ਹੱਥ ਖੜੇ ਕਰੋ, ਚਲੋ ਜੀ ਚੱਲ ਗਿਆ ਕੰਮ। ਹਾਲਾਂਕਿ ਨੋਰਮਲੀ ਜਿਹੜਾ ਪਾਰਲੀਮੈਂਟ ਦੇ ਵਿੱਚ ਇੱਕ ਤਰੀਕਾ ਸੀ ਸਾਡੇ ਕੋਲ ਪੁਰਾਣਾ, ਉਹ ਇਹ ਸੀ ਕਿ ਬਿੱਲ ਆਵੇ, ਉਹ ਸਿਲੈਕਟ ਕਮੇਟੀ ਨੂੰ ਭੇਜ ਦਿੰਦੇ ਸੀ, ਉਹ 6 ਮਹੀਨੇ ਤੱਕ ਮਾਹਰਾਂ ਨੂੰ ਵੀ ਬਣਾਉਂਦੀ ਹੈ, ਬਾਕੀ ਲੋਕਾਂ ਨੂੰ ਬਣਾਉਂਦੀ ਹੈ। ਫਿਰ ਉਹਦੀਆਂ ਜਿੰਨੀਆਂ ਵੀ ਨੁਕਸ ਨੇ ਉਹਨਾਂ ਨੂੰ ਉਹਨਾਂ ਦੇ ਸੋਧਾਂ ਕਰਕੇ ਫਿਰ ਅਗਲੇ ਸੈਸ਼ਨ 'ਚ ਪੇਸ਼ ਕਰ ਦਿੰਦੇ ਨੇ, ਤਾਂ ਕਿ ਉਹਦੇ 'ਚ ਥੋਰੋਲੀ ਮਾਈਂਡ ਅਪਲਾਈ ਹੋ ਜਾਂਦਾ। ਇਹ ਜਿਹੜਾ ਕਮੇਟੀ ਸਿਸਟਮ ਹੈ ਪਾਰਲੀਮੈਂਟ ਦਾ, ਇਹ ਕਾਫੀ ਸੋਚ ਸਮਝ ਕੇ ਔਰ ਬੈਟਰ ਤਰੀਕੇ ਨਾਲ ਕੀਤਾ ਗਿਆ ਸੀ। ਹੁਣ ਤਾਂ ਇਹ ਕਰਨ ਦੀ ਵੀ ਲੋੜ ਨਹੀਂ ਸਮਝੀ ਜਾ ਰਹੀ। ਉਹ ਕਹਿੰਦੇ ਤੁਸੀਂ ਦੱਸੋ, ਜੇ ਤਾਂ ਇਹਦੇ 'ਚ ਕੁਛ ਕਰਨਾ ਕਰਨਾ, ਨਹੀਂ ਤਾਂ ਅਸੀਂ ਪਾਸ ਕਰ ਰਹੇ ਹਾਂ, ਸਾਡੇ ਕੋਲ ਮੈਜੋਰਟੀ ਹੈਗੀ ਹੈ। ਇਹ ਜਿਹੜਾ ਤਰੀਕਾ ਮਤਲਬ ਗੈਰ ਜਮਹੂਰੀ ਤਰੀਕਾ ਹੈ। ਹੁਣ ਐਡੇ ਐਡੇ ਮਹੱਤਵਪੂਰਨ ਬਿਆਨ ਮਤਲਬ ਸੋਧਾਂ ਨੇ ਜਾਂ ਬਿੱਲ ਨੇ ਜਿਨ੍ਹਾਂ ਨੇ ਹਰ ਬੰਦੇ ਦੀ ਜ਼ਿੰਦਗੀ 'ਤੇ ਅਸਰ ਪਾਉਣਾ ਹੈ, ਅਤੇ ਜੇ ਉਹਦੇ 'ਤੇ ਚਰਚਾ ਹੀ ਨਹੀਂ ਹੋਏਗੀ, ਚਰਚਾ ਖੁੱਲ੍ਹੀ, ਬਲਕਿ ਪਹਿਲਾਂ ਤਾਂ ਇਹ ਸਾਰੀਆਂ ਸੋਧਾਂ ਜਿੰਨੀਆਂ ਵੀ ਕਰਦੇ ਨੇ ਪਬਲਿਕ ਡੋਮੇਨ 'ਚ ਦੇ ਦਿਓ, 3 ਮਹੀਨੇ ਪਹਿਲਾਂ ਉਹਦੇ 'ਤੇ ਪਾ ਦਿਓ, 4 ਮਹੀਨੇ ਪਹਿਲਾਂ ਨੈੱਟ 'ਤੇ ਵੀ ਹੇਠੋਂ ਲੋਕ ਭਾਈ ਚਰਚਾ ਕਰਕੇ ਦੱਸੋ ਕੀ ਹੈ। ਉਸ ਤੋਂ ਬਾਅਦ ਤੁਸੀਂ ਅੱਗੇ ਪਾਰਲੀਮੈਂਟ ਦੇ ਵਿੱਚ ਕਰਾ ਲਿਓ, ਬਹੁਤ ਗੱਲਾਂ ਬਾਹਰੋਂ ਮਾਹਰ ਜਾਂ ਹੋਰ ਲੋਕ ਦੇ ਦੇਣਗੇ। ਔਰ ਜੇ ਇਹ ਨਹੀਂ ਕਰਦੇ, ਤੁਸੀਂ ਤਾਂ ਪਾਰਲੀਮੈਂਟ 'ਚ ਵੀ ਕਹਿੰਦੇ ਹੋ ਕਿ ਅਸੀਂ ਚਰਚਾ ਨਹੀਂ ਕਰਾਉਣੀ ਜਾਂ ਇੰਨਾ ਕੁ ਟਾਈਮ ਰੱਖਣਾ, 2 ਘੰਟੇ ਇਸ ਬਿੱਲ 'ਤੇ, 1 ਘੰਟਾ ਇਸ ਬਿੱਲ 'ਤੇ, 1 ਘੰਟਾ। ਕਈ ਬਿੱਲਾਂ 'ਤੇ ਅੱਗੇ ਇਹ ਹੁੰਦਾ ਸੀ ਵੀ ਪੂਰਾ ਦਿਨ, 2 ਦਿਨ, 3 ਦਿਨ ਵੀ ਲੰਘ ਜਾਂਦੇ ਨੇ। ਜੇ ਕੋਈ ਬਹੁਤ ਕਰੂਸ਼ਲ ਹੈ, ਜੇਕਰ ਕੋਈ ਗੱਲ ਹੈ, ਪਹਿਲਾਂ ਤੁਸੀਂ ਪੜ੍ਹਨ ਨੂੰ ਦਿਓਗੇ ਬੰਦਿਆਂ ਨੂੰ, ਉਸ ਤੋਂ ਬਾਅਦ ਪੜ੍ਹ ਕੇ ਕੋਈ ਤਿਆਰੀ ਕਰਕੇ ਆਊਗਾ। ਉਹ ਚੀਜ਼ਾਂ ਨਾ ਘੱਟ ਰਹੀਆਂ ਨੇ ਲਗਾਤਾਰ। ਸਰਕਾਰਾਂ ਇਹ ਮਹਿਸੂਸ ਕਰਦੀਆਂ ਨੇ ਕਿ ਮੈਂ ਜੋ ਕਰ ਰਿਹਾ ਉਹ ਹਰ ਹਾਲਤ 'ਚ ਅੱਗੇ ਚਲਾ ਜਾਣਾ ਚਾਹੀਦਾ। ਵਿਰੋਧੀ ਧਿਰਾਂ ਦਾ ਵੀ ਕਈ ਵਾਰ ਆਪਣਾ ਏਜੰਡਾ ਵੀ ਆਪਾਂ ਉਸਾਰੂ ਮਤਲਬ ਰਾਏ ਦੇਣੀ ਹੁੰਦੀ ਹੈ, ਇੱਕ ਉਸਾਰੂ ਰਾਏ ਦੀ ਬਜਾਏ ਵੀ ਆਪਾਂ ਸਕੋਰ ਕਿਵੇਂ ਕਰਨਾ ਪੁਆਇੰਟ, ਉਹ ਵੀ ਉਸ ਪਾਸੇ ਚੱਲਦੀ ਹੈ। ਇਸੇ ਕਰਕੇ ਜਿਹੜੀਆਂ ਕਦਰਾਂ ਕੀਮਤਾਂ ਨੇ ਸਿਆਸਤ ਦੀਆਂ, ਉਹਦੇ 'ਚ ਗਿਰਾਵਟ ਜਿਹੜੀ ਆ ਰਹੀ ਹੈ। ਚੋਣਾਂ ਦਾ ਸੁਧਾਰਾਂ ਦਾ ਮੁੱਦਾ ਤਾਂ ਬਹੁਤ ਵੱਡਾ ਮੁੱਦਾ ਹੈ, ਕਿਉਂਕਿ ਇਹ ਗੇਮ ਹੈ ਇੱਕ ਚੋਣਾਂ ਦੀ। ਜਿਵੇਂ ਕਹਿੰਦੇ ਨੇ ਚੋਣਾਂ ਜਿਹੜੀਆਂ ਨੇ ਉਹ ਜਮਹੂਰੀਅਤ ਦਾ ਜਸ਼ਨ ਹੁੰਦਾ, ਇੱਕ ਫੈਸਟੀਵਲ ਹੁੰਦਾ, ਪਰ ਉਹ ਫੈਸਟੀਵਲ ਖੇਡਣ ਦੇ ਤੌਰ ਤਰੀਕੇ ਨੇ ਜੇ ਉਹ ਦਰੁਸਤ ਨਹੀਂ ਹੋਣਗੇ, ਸਾਰੇ ਲੋਕਾਂ ਦੇ ਹਾਣ ਦੇ ਮੇਚ ਦੇ ਸਾਦੇ ਸੌਖੇ ਨਹੀਂ ਹੋਣਗੇ, ਫਿਰ ਤਾਂ ਉਹਦਾ ਕੋਈ ਮਤਲਬ ਨਹੀਂ ਬਚਦਾ। ਫਿਰ ਤਾਂ ਬਾਕੀ ਲੋਕ ਦਰਸ਼ਕ ਹੀ ਨੇ ਸਾਰੇ, ਅਤੇ ਤੁਸੀਂ ਖੇਡੀ ਜਾਓ ਜਿੰਨੇ ਕੁ ਬੰਦਿਆਂ ਨੇ ਖੇਡਣਾ ਰਲ ਕੇ ਮਾੜਾ ਮੋਟਾ। ਫਿਰ ਇਹ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਨਾ ਕਹੋ, ਫਿਰ ਮਤਲਬ ਇਹ ਜਮਹੂਰੀਅਤ ਨਾਲ ਕੋਈ ਖਿਲਵਾੜ ਜਿਹੜਾ ਹੋ ਰਿਹਾ ਉਹ ਜਿੰਨਾ ਚਿਰ ਤੁਸੀਂ ਠੀਕ ਨਹੀਂ ਕਰਦੇ। ਔਰ ਇਸੇ ਕਰਕੇ ਪੰਗੇ ਪੈਂਦੇ ਨੇ ਸੰਵਿਧਾਨਕ ਸੰਸਥਾਵਾਂ ਅਤੇ ਬਨਾਮ ਸਰਕਾਰਾਂ 'ਚ ਪੈਂਦੇ ਨੇ। ਬੜੀ ਵਾਰ ਇਹ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਨੇ। ਅੱਛਾ ਹਮੀਰ ਜੀ, ਆਪਾਂ ਚੋਣ ਸੁਧਾਰਾਂ ਦੀ ਗੱਲ ਕਰ ਰਹੇ ਹਾਂ। ਇੱਕ ਲੇਟੈਸਟ ਰਿਪੋਰਟ ਆਈ ਹੈ ਵੀ PMO ਨੇ, ਪ੍ਰਧਾਨ ਮੰਤਰੀ ਸਕੱਤਰੇਤ ਨੇ ਚੋਣ ਅਧਿਕਾਰੀਆਂ ਨੂੰ ਆਪਣੇ ਕੋਲ ਸੱਦਿਆ। ਇਹ ਕੀ ਜਮਹੂਰੀਅਤ ਹੈ, ਗੈਰ ਜਮਹੂਰੀਅਤ ਹੈ? ਕੀ ਉਹਨਾਂ ਨੇ ਚਰਚਾ ਕੀਤੀ ਹੋਣੀ ਇਹਦੇ ਲਈ? ਕਿਉਂਕਿ ਅੱਗੇ ਇਲੈਕਸ਼ਨ ਵੀ ਆ ਰਹੇ ਹੈ, ਕੁਝ ਇੱਕ ਚੋਣ ਸੁਧਾਰ ਬਿੱਲ ਵੀ ਲਿਆ ਰਹੇ ਨੇ। ਇਹ ਕੀ ਇਹਨਾਂ ਦੋਵਾਂ 'ਤੇ ਚਰਚਾ ਹੋਈ ਹੈ, ਕਿਤੇ ਚੋਣਾਂ ਬਾਰੇ ਗੱਲ ਹੋਈ ਹੋਣੀ? ਅਸਲ 'ਚ ਤਾਂ ਇੱਕ ਮੈਸੇਜ ਦੇਣਾ, ਮਤਲਬ ਇਲੈਕਸ਼ਨ ਕਮਿਸ਼ਨ ਨੂੰ ਇਹ ਮੰਨਿਆ ਜਾਂਦਾ ਹੈ ਕਿ ਇਹ ਬਿਲਕੁਲ ਨਿਰਪੱਖ ਅਤੇ ਆਜ਼ਾਦ ਸੰਵਿਧਾਨਕ ਸੰਸਥਾ ਹੈ। ਇਹ ਲੱਗਣਾ ਨਹੀਂ ਚਾਹੀਦਾ ਕਿ ਸਰਕਾਰ ਦੇ ਪ੍ਰਭਾਵ ਹੇਠ ਹੈ ਜਾਂ ਸਰਕਾਰ ਇਹ 'ਤੇ ਕੋਈ ਅਸਰ ਪਾਉਣਾ ਚਾਹੁੰਦੀ ਹੈ। ਜਿਵੇਂ ਕਹਿੰਦੇ ਨੇ ਪਾਵੇ ਨਾ ਪਾਵੇ, ਪਰ ਜੇ ਲੱਗੀ ਵੀ ਜਾਂਦਾ ਕਿ ਉਹ ਪਾਉਣਾ ਚਾਹੁੰਦੀ, ਉਹ ਤਰੀਕੇ ਇਹੋ ਜਿਹੇ ਵਰਤਦੀ ਹੈ, ਤਾਂ ਲੋਕਾਂ ਦੇ ਵਿੱਚ ਇੱਕ ਬੇਭਰੋਸਗੀ ਪੈਦਾ ਹੁੰਦੀ ਹੈ। ਜਦੋਂ ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਹੋਇਆ, ਆਹੀ ਜਿਹੜਾ ਚੋਣ ਸੁਧਾਰਾਂ ਵਾਲਾ ਬਿੱਲ ਸੀ, ਇਹਦੇ ਬਾਰੇ ਚਰਚਾ ਕਰਨ ਦੇ ਵਾਸਤੇ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚੋਂ ਮਤਲਬ ਇੱਕ ਮੀਟਿੰਗ ਸੱਦੀ ਗਈ।
ਪ੍ਰਾਈਮ ਮਿਨਿਸਟਰ ਦਾ ਪ੍ਰਿੰਸੀਪਲ ਸੈਕਟਰੀ ਨੇ ਪ੍ਰੋਜਾਈਡ ਕਰਨੀ ਸੀ। ਅਤੇ ਕਾਨੂੰਨ ਡਿਪਾਰਟਮੈਂਟ ਜਿਹਦੇ ਮੁਤਾਬਕ ਇਹ ਕੰਮ ਕਰਦਾ ਇਲੈਕਸ਼ਨ ਕਮਿਸ਼ਨ ਕਿਹਾ ਜਾਂਦਾ, ਇਹਨਾਂ ਨੂੰ ਸੂਚਨਾ ਭੇਜੀ ਕਿ ਚੀਫ ਇਲੈਕਸ਼ਨ ਕਮਿਸ਼ਨ ਅਤੇ ਇਲੈਕਸ਼ਨ ਕਮਿਸ਼ਨਰ ਵੀ ਆਨਲਾਈਨ ਮੀਟਿੰਗ 'ਚ ਸ਼ਾਮਲ ਹੋਣੇ ਚਾਹੀਦੇ ਨੇ। ਇਹਨਾਂ ਨੇ ਇਤਰਾਜ਼ ਕੀਤਾ ਆਫੀਸ਼ੀਅਲੀ ਕਿ ਨਹੀਂ, ਇਹ ਗੱਲ ਗਲਤ ਹੈ। ਸਰਕਾਰ ਸਾਨੂੰ ਐ ਨਹੀਂ ਮਤਲਬ ਆਮ ਮੁਲਾਜ਼ਮਾਂ ਦੀ ਤਰ੍ਹਾਂ ਕਰ ਸਕਦੀ ਕਿ ਤੁਸੀਂ ਮੀਟਿੰਗ ਅਟੈਂਡ ਕਰੋ ਜਾਓ। ਜੋ ਵੀ ਲਿਖਤ ਪੜ੍ਹਤ ਹੁੰਦੀ ਹੈ ਸਰਕਾਰ ਇਹ ਕਹਿ ਸਕਦੀ ਹੈ, ਕੋਈ ਲਿਖਤੀ ਭੇਜ ਦੇ ਕੋਈ ਡਾਕੂਮੈਂਟ ਕਿ ਇਹਦੇ 'ਤੇ ਕਮਿਸ਼ਨ ਆਪਣੀ ਰਾਏ ਦੇ, ਕਮਿਸ਼ਨ ਆਪਣੀ ਸੰਵਿਧਾਨਕ ਰਾਏ ਦੇਗਾ, ਉਹ ਇੱਕ ਤਰੀਕਾ ਹੈ। ਹੁਣ ਇੱਕ ਪ੍ਰਿੰਸੀਪਲ ਸੈਕਟਰੀ ਲੈਵਲ ਦਾ ਬੰਦਾ ਚੇਅਰਮੈਨ ਬਣਿਆ ਹੋਏ ਉਸ ਮੀਟਿੰਗ ਦਾ, ਅਤੇ ਚੀਫ ਇਲੈਕਸ਼ਨ ਕਮਿਸ਼ਨਰ ਅਤੇ ਬਾਕੀ ਦੇ ਲੋਕ ਜਿਹਨੂੰ ਤੁਸੀਂ ਰੁਤਬਾ ਤੋਂ ਵੱਡਾ ਦਿੱਤਾ ਹੋਇਆ, ਨਿਰਪੱਖ ਦਿੱਤਾ ਹੋਇਆ, ਉਹ ਉਹਦੀ ਮੀਟਿੰਗ 'ਚ ਬੈਠਣ, ਇਹ ਗੱਲ ਗਲਤ ਹੈ। ਸਾਰਿਆਂ ਨੇ ਇਹਦੇ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਔਰ ਉਸ ਪੱਧਰ ਦੇ ਉੱਤੇ। ਪਰ ਅੱਜ ਹੋਰ ਵੀ ਉਦੋਂ ਜ਼ਿਆਦਾ 3 ਜਿਹੜੇ ਸਾਬਕਾ ਚੀਫ ਇਲੈਕਟੋਰਲ ਕਮਿਸ਼ਨਰ ਰਹੇ ਨੇ ਸਾਡੇ, ਜਿਹ 'ਚ SY ਕੁਰੈਸ਼ੀ ਵੀ ਨੇ, ਕਾਫੀ ਲਿਖਦੇ ਨੇ, ਕਈ ਵਾਰ ਬਾਕੀ ਵੀ ਨੇ, ਉਹਨਾਂ ਨੇ ਕਿਹਾ ਵੀ ਇਹ ਤਾਂ ਪ੍ਰਿੰਸੀਪਲ ਸੈਕਟਰੀ ਹੈ। ਜੇ ਪ੍ਰਧਾਨ ਮੰਤਰੀ ਨੇ ਵੀ ਪ੍ਰੋਜਾਈਡ ਕਰਨੀ ਹੋਵੇ ਤਾਂ ਵੀ ਨਹੀਂ ਸੱਦਿਆ ਜਾ ਸਕਦਾ, ਔਰ ਸੱਦਣਾ ਚਾਹੀਦਾ ਟੈਕਨੀਕਲੀ ਜਿਹੜੇ ਇਲੈਕਸ਼ਨ ਕਮਿਸ਼ਨ ਨੂੰ, ਉਹਦੇ ਰੁਤਬੇ। ਹੁਣ ਕੱਲ੍ਹ ਨੂੰ ਤੁਸੀਂ ਕਹਿ ਦੋਗੇ ਪ੍ਰਧਾਨ ਮੰਤਰੀ ਪ੍ਰੋਜਾਈਡ ਕਰੇਗਾ ਜੀ, ਚੀਫ ਜਸਟਿਸ ਸੁਪਰੀਮ ਕੋਰਟ ਦਾ ਵੀ ਆਏ, ਉਹ ਵੀ ਮੀਟਿੰਗ 'ਚ ਆਏ ਕਰੇ, ਫਿਰ ਤੁਸੀਂ ਸੰਵਿਧਾਨਕ ਸੰਸਥਾਵਾਂ ਦੀ ਵੈਲਿਊ ਕਿਵੇਂ ਰਹੂਗੀ? ਫਿਰ ਤਾਂ ਤੁਸੀਂ ਉਹਨੂੰ ਆਪਣੇ ਮਤਾਹਤ ਕਰਨ ਦਾ ਇੱਕ ਮੈਸੇਜ ਦੇ ਰਹੇ ਹੋ, ਬਿਊਰੋਕਰੇਸੀ ਨੂੰ ਵੀ ਮੈਸੇਜ ਦੇ ਰਹੇ ਹੋ, ਬਾਕੀ ਆਪਦੇ ਪੋਲੀਟੀਕਲ ਕਰਿੰਦਿਆਂ ਨੂੰ ਵੀ ਮੈਸੇਜ ਦੇ ਰਹੇ ਹੋ ਕਿ ਕੋਈ ਗੱਲ ਨਹੀਂ, ਆਪਣੇ ਹੀ ਬੰਦੇ ਨੇ, ਜਦ ਮਰਜ਼ੀ ਇਹਨਾਂ ਨੂੰ ਇਹ ਕਰਾਂਗੇ। ਇਸੇ ਕਰਕੇ ਕੰਟਰੋਵਰਸੀ ਮੈਨੂੰ ਤਾਂ ਲੱਗਦਾ ਕਿਸੇ ਸੰਵਿਧਾਨਕ ਸੰਸਥਾ ਨੇ ਅਸਾਲਟ ਕੀਤਾ ਕਿ ਤੁਸੀਂ ਐਂ ਨਹੀਂ ਕਰ ਸਕਦੇ। ਇਹ ਇੱਕ ਚੰਗੀ ਗੱਲ ਹੈ ਡੈਮੋਕ੍ਰੇਸੀ ਲਈ, ਪਰ ਸਰਕਾਰ ਸਮਝੂਗੀ ਜਾਂ ਨਹੀਂ ਸਮਝੂਗੀ ਉਹ ਇੱਕ ਦੂਜਾ ਮਾਮਲਾ ਹੈ। ਸਰਕਾਰਾਂ ਨੂੰ ਇਹ ਗੁਮਾਨ ਨਹੀਂ ਹੋ ਜਾਣਾ ਚਾਹੀਦਾ, ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਤੁਸੀਂ ਇੱਕ ਸੰਵਿਧਾਨ ਦੇ ਅੰਦਰ ਰਹਿ ਕੇ ਕਰਨਾ, ਉਹਦੀ ਸਪਿਰਿਟ ਦੇ ਅੰਦਰ ਰਹਿ ਕੇ ਕਰਨਾ। ਤੁਹਾਨੂੰ ਜੇ ਮੈਜੋਰਿਟੀ ਮਿਲ ਗਈ, ਜੋ ਤੁਹਾਡੇ ਮਨ 'ਚ ਆਇਆ ਉਹੀ ਨਹੀਂ ਕਰਨਾ। ਦੇਸ਼ ਸੰਵਿਧਾਨ ਦੇ ਨਾਲ ਚੱਲਦਾ, ਔਰ ਜਿਹੜੀ ਸੰਵਿਧਾਨ 'ਚ ਉਲੰਘਣਾਵਾਂ ਹੋ ਰਹੀਆਂ ਨੇ, ਇਸੇ ਲਈ ਇਹ ਖਤਰਨਾਕ ਹੈ। ਇਹ ਡੈਮੋਕ੍ਰੇਸੀ ਲਈ ਵੀ, ਸੰਵਿਧਾਨਕ ਸੰਸਥਾਵਾਂ ਲਈ ਵੀ, ਅਤੇ ਲੋਕਾਂ ਦੇ ਹੱਕਾਂ ਲਈ ਵੀ। ਇਹ ਸਾਰੇ ਮਾਮਲਿਆਂ ਦੇ ਵਿੱਚ ਇਹ ਦਖਲ ਜਿਹੜਾ ਇਹ ਗਲਤ ਹੈ। ਸਮੇਂ-ਸਮੇਂ 'ਤੇ ਇਹਨੂੰ ਚੁਣੌਤੀ ਮਿਲਣਾ ਜਮਹੂਰੀਅਤ ਦਾ ਖੜ੍ਹੇ ਰਹਿਣਾ ਇੱਕ ਮੰਨਿਆ ਜਾਣਾ ਚਾਹੀਦਾ। ਔਰ ਮੈਨੂੰ ਲੱਗਦਾ ਕਿ ਸਰਕਾਰ ਨੂੰ ਜ਼ਰੂਰ ਇਹਦੇ 'ਤੇ ਸੋਚੇਗੀ। ਹੁਣ ਜਦੋਂ ਇੱਕ ਧਿਰ ਪੂਰੀ ਵੱਡੀ ਦੀ ਵੱਡੀ ਧਿਰ ਉਹਦੇ ਖਿਲਾਫ ਇਸ ਗੱਲ 'ਤੇ ਇੱਕ ਸਟੈਂਡ ਲੈ ਕੇ ਖੜ੍ਹੀ ਹੈ, ਔਰ PMO ਨੂੰ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ ਦੇਸ਼ ਦੇ ਲੋਕਾਂ ਸਾਹਮਣੇ, ਜਾਂ ਟੈਕਨੀਕਲ ਗਲਤੀ ਹੋ ਗਈ ਜਾਂ ਅੱਗੇ ਤੋਂ ਨਹੀਂ ਕਰਾਂਗੇ, ਕੋਈ ਗੱਲ ਨਹੀਂ, ਹਾਂ ਇਹ ਅਸੀਂ ਮਹਿਸੂਸ ਕਰ ਲਿਆ, ਕੋਈ ਗੱਲ ਤਾਂ ਲੋਕਾਂ ਦੇ ਸਾਹਮਣੇ ਘੱਟੋ ਘੱਟ ਜੇ ਜਮਹੂਰੀਅਤ ਹੈ, ਜੇ ਜਵਾਬਦੇਹੀ ਹੈ, ਤਾਂ ਜਵਾਬਦੇਹੀ ਦੇ ਤੌਰ 'ਤੇ PMO ਤੋਂ ਕੋਈ ਪ੍ਰੈਸ ਬਿਆਨ ਆਉਣਾ ਚਾਹੀਦਾ ਕਿ ਨਹੀਂ ਜੀ ਅੱਗੇ ਤੋਂ ਅਸੀਂ ਇਹ ਨਹੀਂ ਕਰਾਂਗੇ, ਫਿਰ ਮੰਨਿਆ ਜਾਊਗਾ ਕਿ ਕੋਈ ਅਹਿਸਾਸ ਹੋ ਗਿਆ। ਹਮੀਰ ਜੀ, ਤੁਸੀਂ ਬੜੀ ਅੱਛੀ ਗੱਲ ਕੀਤੀ ਵੀ ਸਰਕਾਰ ਨੂੰ ਇਹਦੇ ਬਾਰੇ ਕੁਝ ਸਪਸ਼ਟੀਕਰਨ ਦੇਣਾ ਚਾਹੀਦਾ, ਪਰ ਆਪਾਂ ਜਿਵੇਂ ਕਿਸਾਨ ਅੰਦੋਲਨ ਦੇਖਦੇ ਹਾਂ, ਸਪਸ਼ਟੀਕਰਨ ਦੇ ਸਾਲ ਲੱਗ ਜਾਂਦਾ, ਆਪਾਂ ਨੂੰ ਵੇਟ ਕਰਨੀ ਚਾਹੀਦੀ ਹੈ ਹਾਲੇ। ਚਲੋ ਅਗਲਾ ਸਵਾਲ ਆਪਣਾ, ਤੁਸੀਂ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਸੀ ਵੀ ਜਿਹੜਾ ਇਹਨੂੰ ਆਧਾਰ ਕਾਰਡ ਨਾਲ ਜੋੜਨ ਦਾ ਜਿਹੜਾ ਚੱਲ ਰਿਹਾ ਹੈ ਵੋਟਰ ਕਾਰਡ ਨੂੰ, ਪਰ ਉਹਦੇ ਨਾਲ ਤੁਸੀਂ ਕਿਹਾ ਜੀ ਲੋਕਾਂ ਦੀ ਪ੍ਰਾਈਵੇਸੀ ਵੀ ਲੂਜ਼ ਹੋ ਜਾਂਦੀ ਹੈ। ਜਿਹੜਾ ਹੁਣ ਲੇਟੈਸਟ ਇੱਕ ਮਸਲਾ ਆਇਆ ਆਪਣੇ ਸਮਾਜਿਕ ਕਾਰਕੁਨ ਰੋਨਾ ਵਿਲਸਨ, ਉਹਨਾਂ ਤੋਂ ਇੱਕ ਜਿਹੜੇ ਫੋਰੈਂਸਿਕ ਮਾਹਰ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਜਿਹੜਾ ਮੋਬਾਈਲ ਸੀਗਾ ਇਹਦੇ ਵਿੱਚ ਪੈਗਾਸਸ ਦੇ ਜਿਹੜੇ ਇਹਦੀ ਜਸੂਸੀ ਕੀਤੀ ਜਾ ਰਹੀ ਸੀਗੀ, ਇਹਦੇ ਬਾਰੇ ਥੋੜ੍ਹਾ ਚਾਨਣਾ ਪਾਓ। ਇਹ ਇਦੋਂ ਪਹਿਲਾਂ ਇਹ ਤੀਜੀ ਰਿਪੋਰਟ ਹੈ। 2 ਰਿਪੋਰਟਾਂ ਇਦੋਂ ਪਹਿਲਾਂ ਉਹਦੇ ਲੈਪਟਾਪ ਬਾਰੇ ਆਈਆਂ ਨੇ। ਇੱਕ ਇੰਟਰਮ ਰਿਪੋਰਟ ਸੀ, ਇੱਕ ਫਾਈਨਲ ਰਿਪੋਰਟ ਸੀ। ਇਹਦੇ ਵਕੀਲਾਂ ਨੇ, ਕਿਉਂਕਿ ਉਹ 2018 ਤੋਂ ਜੇਲ੍ਹ 'ਚ ਬੰਦ ਹੈ, UAPA ਲੱਗਿਆ ਹੋਇਆ। ਸੁਧਾ ਭਾਰਦਵਾਜ ਦੀ ਹੁਣੇ ਜ਼ਮਾਨਤ ਹੋਈ ਹੈ ਹਜੇ। ਇੱਕ ਜਿਹੜੇ ਉਹ ਸੀਗੇ ਈਸਾਈ ਪਾਦਰੀ ਆਪਣੇ, ਉਹ ਡੈਥ ਵੀ ਅੰਦਰੇ ਹੋ ਗਈ ਹੈ। ਬਰਬਰਾ ਰਾਓ ਨੂੰ ਜ਼ਮਾਨਤ ਮਿਲੀ ਹੈ ਸਿਹਤ ਦੇ ਆਧਾਰ 'ਤੇ, ਬੜਾ ਉਹ ਹੈ। ਹਜੇ ਵੀ 15-16 ਬੰਦੇ ਬੰਦ ਸੀਗੇ। ਅਤੇ ਪਰ ਇਹ ਬੜੀ ਇੱਕ ਖੁਲਾਸਾ ਕਰਨ ਵਾਲੀ ਗੱਲ ਸੀ ਜਦੋਂ ਇਹਦੇ ਵਕੀਲਾਂ ਨੇ ਅਮਰੀਕਾ ਦੀ ਇੱਕ ਬੜੀ ਵੱਡੀ ਜਿਹੜੀ ਸੰਸਥਾ ਹੈ, ਲੈਬ ਹੈ, ਫੋਰੈਂਸਿਕ ਲੈਬ ਹੈ, ਜਿਹਨੂੰ ਦੁਨੀਆ ਭਰ ਦੇ ਵਿੱਚ ਮਾਨਤਾ ਹੈ, ਉਹਨੇ ਇਹ ਕਿਹਾ ਕਿ ਉਹਦੇ ਲੈਪਟਾਪ ਨਾਲ ਉਹਨੂੰ ਜਾਣੇ ਬਿਨਾਂ ਛੇੜਛਾੜ ਹੋਈ ਹੈ। ਛੇੜਛਾੜ ਉਹਨੇ ਇਹ ਕਿਹਾ ਕਿ 2 ਸਾਲ ਪਹਿਲਾਂ, ਉਹਦੇ ਫੜੇ ਜਾਣ ਤੋਂ 2 ਸਾਲ ਪਹਿਲਾਂ ਉਹਦਾ ਜਿਹੜਾ ਲੈਪਟਾਪ ਕੰਪਰੋਮਾਈਜ਼ ਹੋਇਆ ਬਾਹਰੋਂ ਕਿਸੇ ਨੇ ਮੇਲ ਦੇ ਰਾਹੀਂ। ਉਹਦੇ 'ਚ ਉਹ ਜਿਹੜੀਆਂ ਚਿੱਠੀਆਂ ਪਾ ਦਿੱਤੀਆਂ ਨੇ, ਜਿਹੜੀਆਂ ਚਿੱਠੀਆਂ ਦੇ ਆਧਾਰ 'ਤੇ ਇਹਨਾਂ ਨੂੰ ਦੇ ਉੱਤੇ ਮੁਕੱਦਮਾ ਚੱਲ ਰਿਹਾ ਕਿ ਪ੍ਰਧਾਨ ਮੰਤਰੀ ਨੂੰ ਮਾਰਨਾ ਚਾਹੁੰਦੇ, ਉਹ ਸਾਜ਼ਿਸ਼ ਸ਼ਾਮਲ ਨੇ। ਨਾਲ ਉਹਨੇ ਇਹ ਵੀ ਕਿਹਾ ਕਿ ਇਹ ਲੈਪਟਾਪ ਜਦ ਤੋਂ ਉਹਨੇ ਉਹ ਚਿੱਠੀ, ਉਹ ਇੰਨੀ ਜਿਹੀ ਹਿਡਨ ਛੁਪੀ ਹੋਈ ਫਾਈਲ ਬਣਾ ਦਿੱਤੀ ਗਈ ਹੈ। ਇਹ ਬੰਦਾ ਜਿਹੜਾ ਮਾਲਕ ਹੈ ਉਸ ਲੈਪਟਾਪ ਦਾ, ਇਹਨੇ ਉਹ ਦੇਖੀ ਵੀ ਨਹੀਂ, ਅੱਜ ਤੱਕ ਵੀ ਉਹ ਖੋਲ੍ਹੀ ਨਹੀਂ ਹੈ, ਮਤਲਬ ਇਹਨੂੰ ਕੋਈ ਨਹੀਂ ਪਤਾ। ਹੁਣ ਇਹ ਐਡਾ ਵੱਡਾ ਮਾਮਲਾ ਹੈ, ਇਹਦਾ ਮਤਲਬ ਇਹ ਦੁਬਾਰਾ ਕਿਉਂ ਨਹੀਂ ਜਾਂਚ? ਸਾਡੇ ਕੋਰਟ ਨੂੰ ਵੀ ਆਰਡਰ ਦੇਣਾ ਚਾਹੀਦਾ ਸੀ ਜੇ ਵੀ ਹਾਂ ਇਹ ਗੱਲ ਸੱਚ ਹੈ। ਜੇ ਨਹੀਂ ਸੱਚ ਤਾਂ ਲੈਬ ਨੂੰ ਦੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਕਿ ਤੁਸੀਂ ਝੂਠੇ ਹੋ। ਅਤੇ ਜੇ ਸੱਚ ਹੈ
ਫਿਰ ਤਾਂ ਕੱਲ੍ਹ ਨੂੰ ਕਿਸੇ ਦੇ ਵੀ, ਮੇਰੇ ਤੁਹਾਡੇ ਜਿਹਦੇ ਮਰਜ਼ੀ ਕੋਈ ਵੀ ਬੰਦਾ ਚੱਕ ਕੇ ਪਾ ਦੇ ਤੇ ਉਸ ਤੋਂ ਬਾਅਦ ਕਹੇ ਜੀ ਵੀ ਤੁਸੀਂ ਤਾਂ ਦੋਸ਼ੀ ਹੋ, ਤੁਸੀਂ ਤਾਂ ਚੀਫ ਮਿਨਿਸਟਰ ਦੇ ਖਿਲਾਫ ਆ ਕਰਨਾ ਚਾਹੁੰਦੇ ਸੀ, ਤੁਸੀਂ ਫਲਾਣੇ ਦੇ ਖਿਲਾਫ ਆ ਕਰਨਾ ਚਾਹੁੰਦੇ ਸੀ। ਇਹ ਤਾਂ ਬਹੁਤ ਵੱਡਾ ਖਤਰਾ ਹੋ ਜਾਊਗਾ ਦੁਨੀਆ ਦੇ ਵਿੱਚ। ਫਿਰ ਤਾਂ ਕੋਈ ਦੁਨੀਆ 'ਚ ਬਚੂਗਾ ਹੀ ਨਹੀਂ ਬੰਦਾ ਕਿ ਅਗਲਾ ਬੈਠਾ ਹੋਵੇ ਮੈਂ ਤਾਂ ਠੀਕ ਠਾਕ ਆ, ਮੈਨੂੰ ਕਿਹੜਾ ਕਿਸੇ ਨੇ ਕੁਛ ਕਰਨਾ ਹੈ। ਹੁਣ ਉਸ ਤੋਂ ਅੱਗੇ ਜਾ ਕੇ ਫਿਰ ਰੌਲਾ ਪਿਆ ਪਾਰਲੀਮੈਂਟ 'ਚ ਪਿਛਲੇ ਸੈਸ਼ਨ 'ਚ, ਉਹ ਪੈ ਗਿਆ ਪੈਗਾਸਸ ਦਾ, ਮੋਬਾਈਲ ਜਾਸੂਸੀ ਦਾ। ਜਿਹੜੀ ਇਜ਼ਰਾਈਲ ਦੀ ਫਰਮ NSO ਜਿਹੜੀ ਇੱਕ ਫਰਮ ਹੈ, ਇਜ਼ਰਾਈਲ ਦੀ ਫਰਮ ਕਿਵੇਂ ਜਾਸੂਸੀ ਕਰਦੀ ਹੈ ਸਟੇਟਾਂ ਦੇ ਵਾਸਤੇ। ਜਦੋਂ ਰੌਲਾ ਪਿਆ ਤਾਂ ਉਹ ਰੌਲੇ ਦੇ ਵਿੱਚ ਇਹ ਗੱਲ ਨਿਕਲ ਆਈ, ਉਹਨੇ ਤਾਂ ਕਹਿਤਾ ਇਜ਼ਰਾਈਲ ਦੀ ਫਰਮ ਨੇ ਕਿ ਅਸੀਂ ਤਾਂ ਕੇਵਲ ਸਰਕਾਰਾਂ ਵਾਸਤੇ ਜਾਸੂਸੀ ਕਰਦੇ ਹਾਂ, ਪ੍ਰਾਈਵੇਟ ਨਹੀਂ ਕਰਦੇ। ਅਤੇ ਸੁਪਰੀਮ ਕੋਰਟ ਨੇ ਉਹ 'ਚ ਦਖਲ ਦਿੱਤਾ। ਸੁਪਰੀਮ ਕੋਰਟ ਨੇ ਗੌਰਮੈਂਟ ਨੂੰ ਕਿਹਾ ਕਿ ਤੁਸੀਂ ਐਫੀਡੈਵਿਟ ਦਿਓ, ਹਲਫੀਆ ਬਿਆਨ। ਉਹ ਹਲਫੀਆ ਬਿਆਨ ਨਾਲ ਦੱਸੋ ਤੇ ਕੀ ਤੁਸੀਂ ਕਰਵਾਈ ਹੈ ਜਾਸੂਸੀ। ਇਹ ਕਹਿੰਦੇ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਰਾਸ਼ਟਰੀ ਹਿੱਤ ਦੇ ਖਿਲਾਫ ਹੈ। ਹੁਣ ਤੁਸੀਂ ਪਾਰਲੀਮੈਂਟ ਨੂੰ ਨਹੀਂ ਦੱਸ ਸਕਦੇ, ਸੁਪਰੀਮ ਕੋਰਟ ਨੂੰ ਨਹੀਂ, ਤੁਸੀਂ ਠੇਕੇਦਾਰ ਹੋਗੇ ਇਕੱਲੇ ਰਾਸ਼ਟਰੀ ਹਿੱਤ ਦੇ। ਸੁਪਰੀਮ ਕੋਰਟ ਵੀ ਤੁਹਾਡੇ ਤੋਂ ਪੁੱਛ ਸਕਦੀ ਆ। ਇਸੇ ਲਈ ਸੁਪਰੀਮ ਕੋਰਟ ਨੇ ਫਿਰ ਇੱਕ ਇੰਡੀਪੈਂਡੈਂਟ ਬੰਦਿਆਂ ਦੀ ਕਮੇਟੀ ਬਣਾਈ ਹੈ, ਮਾਹਰਾਂ ਦੀ, ਜਿਹੜੇ ਵੱਖ-ਵੱਖ ਟੈਕ ਨੇ, ਕਿ ਇਹ ਪਤਾ ਕਰੋ। ਉਹ ਕਹਿੰਦੇ ਜੇ ਤੁਸੀਂ ਕਰਾਈ ਹੈ, ਤੁਹਾਡੇ ਤੋਂ ਅਗਲੀ ਗੱਲ ਤਾਂ ਨਹੀਂ ਅਸੀਂ ਪੁੱਛਦੇ ਨਾ। ਪਹਿਲਾ ਸਵਾਲ ਇਹ ਪੁੱਛਿਆ ਕਿ ਕਰਾਈ ਹੈ, ਫਿਰ ਪੁੱਛਿਆ ਕਿ ਜੇ ਰਾਸ਼ਟਰੀ ਸੁਰੱਖਿਆ ਦੇ ਨਾਂ 'ਤੇ ਕਰਾਈ ਹੈ, ਕੀ ਸੁਰੱਖਿਆ ਤੱਕ ਮਹਿਦੂਦ ਹੈ ਜਾਂ ਉਹ ਪ੍ਰਾਈਵੇਟ ਸਿਆਸੀ ਕਾਰਕੁਨ, ਪੱਤਰਕਾਰ, ਬਾਕੀਆਂ ਦੇ ਵੀ ਕਰਾਈ ਹੈ। ਜੇ ਇਕੱਲੀ ਸੁਰੱਖਿਆ ਦਾ ਮਾਮਲਾ ਤਾਂ ਉਹਨਾਂ ਦੀ ਕਿਵੇਂ ਕਰਾਈ। ਇਹ ਸਾਡੇ ਨਿੱਜਤਾ ਦੇ ਅਧਿਕਾਰ ਦੇ, ਪ੍ਰਾਈਵੇਸੀ ਦੇ ਖਿਲਾਫ ਹੈ। ਇਹਦੇ 'ਤੇ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ। ਹੁਣ ਨਵਾਂ ਪੁਆਇੰਟ ਇਹਦਾ ਮੋਬਾਈਲ ਦਾ ਆ ਗਿਆ। ਉਹ ਆ ਗਿਆ ਕਿ ਉਸੇ ਜਿਹੜਾ ਸਵਾਲ ਹੈ ਮਤਲਬ ਨਿੱਜਤਾ ਦੇ ਅਧਿਕਾਰ ਦਾ, ਉਹ ਇਹਦੇ ਸਾਹਮਣੇ ਖੜਾ ਹੋਇਆ ਕਿ ਤੁਸੀਂ ਉਹਦੇ ਮੋਬਾਈਲ ਨੂੰ ਵੀ ਉਹੀ ਪੈਗਾਸਸ ਦੇ ਥਰੂ ਛੇੜਛਾੜ ਕੀਤੀ ਗਈ ਹੈ। ਉਹ ਵੀ ਜੁੜ ਗਿਆ, ਉਹ ਵੀ ਜੁੜ ਗਿਆ। ਤਿੰਨ ਚੀਜ਼ਾਂ ਆਪਸ 'ਚ ਜੁੜ ਰਹੀਆਂ ਨੇ। ਤਿੰਨੇ ਚੀਜ਼ਾਂ ਜੇ ਆਪਸ 'ਚ ਜੁੜ ਰਹੀਆਂ ਨੇ ਤਾਂ ਇਹਦਾ ਕੋਈ ਨਾ ਕੋਈ ਕਾਰਨ ਤਾਂ ਹੋਏਗਾ। ਬਿਨਾਂ ਕਾਰਨ ਇਹਦੇ ਵੱਡੇ ਪੱਧਰ 'ਤੇ ਜਾਂਚ ਦੇ ਰੀਪਰਕਸ਼ਨ ਬਹੁਤ ਵੱਡੇ ਪੱਧਰ 'ਤੇ ਦੇ ਨਤੀਜੇ ਹੋ ਸਕਦੇ ਨੇ ਸਾਰੇ ਦੇਸ਼ ਦੇ ਨਾਗਰਿਕਾਂ ਲਈ, ਖਾਸ ਤੌਰ 'ਤੇ ਪ੍ਰੋਮੀਨੈਂਟ ਬੰਦਿਆਂ ਲਈ, ਜਿਹੜੇ ਲਿਖਦੇ ਨੇ, ਬੋਲਦੇ ਨੇ, ਚਰਚਾ ਕਰਦੇ ਨੇ, ਉਹਨਾਂ ਤਾਂ ਸਭ ਦੇ ਲਈ ਉਹ, ਕਿਉਂਕਿ ਉਸ ਲੈਵਲ ਦਾ ਇਹ ਦੇਸ਼ ਜੇ ਡੈਮੋਕ੍ਰੇਸੀ ਹੈ ਤਾਂ ਇਹਦੇ 'ਤੇ ਕੋਈ ਐਂ ਬੈਠ ਕੇ ਦੇਖ ਨਹੀਂ ਸਕਦਾ ਉੱਥੇ ਵੱਡਾ ਬਿਗ ਬੌਸ ਬੈਠ ਕੇ ਵੀ ਤੇਰੀ ਇਕੱਲੇ ਤੁਹਾਡੇ ਘਰਾਂ ਦੇ ਅੰਦਰ ਵੀ, ਤੁਹਾਡੇ ਲੈਪਟਾਪਾਂ ਦੇ ਅੰਦਰ ਵੀ ਮੈਂ ਝਾਤੀ ਮਾਰੂੰਗਾ। ਫਿਰ ਤਾਂ ਇਹ ਡੈਮੋਕ੍ਰੇਸੀ ਬਚਣੀ ਨਹੀਂ ਹੈ। ਇਹ ਜਿਹੜਾ ਅੱਜ ਦਾ ਖੁਲਾਸਾ, ਇਹ ਵੀ ਬਹੁਤ ਵੱਡਾ ਮਾਮਲਾ ਹੈ। ਇਹਦੇ 'ਤੇ ਲੋਕਾਂ ਨੂੰ ਜਾਗਰੂਕ ਹੋ ਕੇ ਜਿੰਨੀ ਵੀ ਆਵਾਜ਼ ਉਠਾਉਣਗੇ ਤਾਂ ਕਿ ਸਰਕਾਰਾਂ ਜਵਾਬ ਦੇ, ਹੁਣ ਕੱਲ੍ਹ ਨੂੰ ਮਨਮਾਨੀ ਨਾ ਕਰ ਸਕਣ। ਨਹੀਂ ਤਾਂ ਅੱਜ ਕੱਲ੍ਹ ਜਿਹੜੇ ਆ ਸਾਰੇ ਲੀਡਰਾਂ ਅਤੇ ਅਫਸਰਾਂ ਦੇ ਖਿਲਾਫ ED ਚੱਲਦੀ ਆ, IB ਚੱਲਦੀ ਆ, ਬਾਕੀ ਚੱਲਦੀ ਹੈ, ਅਤੇ ਅੱਗੇ ਫਿਰ ਪੈਗਾਸਸ ਵਾਲਾ ਉਹ ਚੱਲ ਪਊਗਾ। ਉਸ ਤੋਂ ਬਾਅਦ ਵੀ ਸਾਡੇ ਕੋਲ ਜਾਂਚ ਹੈ, ਤੇਰੇ ਮੋਬਾਈਲ ਦਾ ਪਤਾ ਦੇਖ ਲੈਣੀ, ਤਾਂ ਆਹ ਕੰਮ ਕਰਨਾ ਹੀ ਆਏ ਨਾ ਕਰ। ਤਾਂ ਫਿਰ ਬੰਦਿਆਂ ਦੀ ਜਿਹੜੀ ਜ਼ਮੀਰ ਦੀ ਆਵਾਜ਼ ਹੈ ਜਾਂ ਜਿਹੜੀ ਬੰਦਿਆਂ ਦੀ ਨਿਰਪੱਖਤਾ ਦਾ ਸਵਾਲ ਹੈ, ਉਹ ਕਿਵੇਂ ਰਹੂਗਾ। ਇਹ ਤਾਂ ਬੰਦੂਆਂ ਮਜ਼ਦੂਰਾਂ ਤੋਂ ਜ਼ਿਆਦਾ ਮਾੜਾ ਹਾਲ ਹੋ ਜਾਣਾ ਨਾਗਰਿਕਾਂ ਦਾ। ਇਹਨੂੰ ਸੋਚਣਾ ਚਾਹੀਦਾ ਅਤੇ ਇਹਦੇ 'ਤੇ ਇੱਕ ਸੰਵਾਦ, ਇੱਕ ਡਿਬੇਟ 'ਚ ਵੱਡੇ ਪੱਧਰ 'ਤੇ ਹੋਣੀ ਚਾਹੀਦੀ ਕਿ ਅਸੀਂ ਕਿਹੋ ਜਿਹਾ ਦੇਸ਼ ਬਣਾਉਣਾ, ਉੱਥੇ ਲੋਕਾਂ ਦੇ ਅਧਿਕਾਰ ਕਿਹੋ ਜਿਹੇ ਬਰਕਰਾਰ ਰਹਿਣਗੇ। ਸਟੇਟ ਦਾ ਕੰਮ ਲੋਕਾਂ ਦੇ ਅਧਿਕਾਰ ਸੁਰੱਖਿਅਤ ਕਰਨਾ ਹੋਣਾ ਚਾਹੀਦਾ। ਲੋਕਾਂ ਦੇ ਅਧਿਕਾਰ ਹਾਸਲ ਕਰਕੇ ਉਹਨਾਂ ਨੂੰ ਡਰਾਉਣਾ, ਧਮਕਾਉਣਾ ਜਾਂ ਸਹਿਮ 'ਚ ਰੱਖਣਾ ਨਹੀਂ ਹੋਣਾ ਚਾਹੀਦਾ। ਇਹਦੀ ਵੱਡੇ ਪੱਧਰ 'ਤੇ ਜਾਂਚ ਦੀ ਲੋੜ ਹੈ। ਮੈਨੂੰ ਤਾਂ ਲੱਗਦਾ ਸੁਪਰੀਮ ਕੋਰਟ ਦੇ ਨਾਲ ਇਹ ਵੀ ਜੁੜ ਜਾਣਾ ਚਾਹੀਦਾ। ਆਹੀ ਜਿਹੜਾ ਕੇਸ, ਜਿਹੜੀ ਪਹਿਲਾਂ ਵਾਲੀ ਜਾਂਚ ਚੱਲ ਰਹੀ ਹੈ, ਤਾਂ ਇਹਦੇ ਵਾਲਾ ਮੋਬਾਈਲ ਵੀ ਸ਼ਾਇਦ ਉਹਦੇ ਵਿੱਚ ਹਿੱਸੇਦਾਰ ਹੋ ਜਾਏਗਾ। ਬਹੁਤ ਬਹੁਤ ਸ਼ੁਕਰੀਆ ਹਮੀਰ ਜੀ। ਦੋਸਤੋ ਅੱਜ ਲਈ ਇੰਨਾ ਹੀ। ਕੱਲ੍ਹ ਫੇਰ ਮਿਲਾਂਗੇ ਇਸੇ ਵੇਲੇ। ਇਜਾਜ਼ਤ ਦਿਓ। ਧੰਨਵਾਦ।